ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਮੁੱਖ ਵੱਡੀਆਂ ਤੇ ਸਿਆਸੀ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ। ਕਾਂਗਰਸ ਦੇ ਵੱਲੋਂ 31 ਉਮੀਦਵਾਰਾਂ ਦੀ ਜਿਹੜੀ ਦੂਜੀ ਸੂਚੀ ਜਾਰੀ ਹੋਣੀ ਸੀ ਤਾਂ ਉਹ ਪੂਰਾ ਜਿਹੜਾ ਉਹਦੀ ਪ੍ਰਕਿਰਿਆ ਉਹ ਹੁਣ ਸਬ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ। ਸਬ ਕਮੇਟੀ ਇਸ ਤੇ ਫੈਸਲਾ ਲਵੇਗੀ ਜਿਹੜੀ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਜਾਣੀ ਹੈ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਦੇ ਹਾਂ ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ 27 ਜਨਵਰੀ ਨੂੰ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਉਹਨਾਂ ਦਾ ਦੌਰਾ ਇਹ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਦੇ ਹਾਂ ਭਾਜਪਾ ਦੇ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਸੁਰੱਖਿਆ ਦਾ ਮੁੱਦਾ ਜਿਹੜਾ ਉਹ ਅਹਿਮ ਰਹਿਣ ਵਾਲਾ ਹੈ। ਤਾਂ ਆਖਿਰ ਭਾਜਪਾ ਨੂੰ ਕਿਉਂ ਲੱਗਦਾ ਹੈ ਕਿ ਸੁਰੱਖਿਆ ਜਿਹੜੀ ਉਸ ਦੀ ਕਮੀ ਹੈ ਪੰਜਾਬ ਦੇ ਵਿੱਚ, ਇਸ ਤੇ ਵੀ ਚਰਚਾ ਕਰਾਂਗੇ। ਤੇ ਉਧਰ ਬਿਕਰਮ ਮਜੀਠੀਆ ਦੀ ਗੱਲ ਕਰਦੇ ਹਾਂ। ਬਿਕਰਮ ਮਜੀਠੀਆ ਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਗੰਭੀਰ ਟਿੱਪਣੀ ਕੀਤੀ ਗਈ ਹੈ, ਉਸ ਦੀ ਵੀ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤੇ ਨਾਲ ਹੀ ਗੱਲ ਕਰਾਂਗੇ ਨਾਮਜ਼ਦਗੀਆਂ। ਅੱਜ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਹੈ ਤੇ तमाम ਖਬਰਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਡਾਕਟਰ ਭੀਮਿੰਦਰ ਸਿੰਘ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਗੁਰਪ੍ਰੀਤ ਜੀ। ਡਾਕਟਰ ਸਾਹਿਬ, ਲੰਬੇ ਸਮੇਂ ਤੋਂ ਨਜ਼ਰਾਂ ਸੀਗੀਆਂ ਕਿ ਕਾਂਗਰਸ ਦੀ ਜਿਹੜੀ ਦੂਜੀ ਸੂਚੀ ਆ ਉਹ ਕਦੋਂ ਆ ਸਕਦੀ ਹੈ ਤੇ ਹੁਣ ਜਿਹੜਾ ਹਾਈ ਕਮਾਂਡ ਨੇ ਜਿਹੜਾ ਫੈਸਲਾ ਹੈ ਉਹ ਕਿਤੇ ਨਾ ਕਿਤੇ ਸਬ ਕਮੇਟੀ ਨੂੰ ਸੌਂਪ ਦਿੱਤਾ ਹੈ। ਉਹੀ ਫੈਸਲਾ ਕਰਨਗੇ ਕਿ 31 ਉਮੀਦਵਾਰਾਂ ਦੀ ਜਿਹੜੀ ਦੂਜੀ ਸੂਚੀ ਹੈ ਉਹ ਜਾਰੀ ਕੀਤੀ ਜਾਵੇ। ਤਾਂ ਕੀ ਲੱਗਦਾ ਹੈ ਕਦੋਂ ਤੱਕ ਸੂਚੀ ਆ ਸਕਦੀ ਹੈ? ਹੁਣ ਸਬ ਕਮੇਟੀ ਇਹਦੇ ਉੱਤੇ ਕਦੋਂ ਤੱਕ ਫੈਸਲਾ ਲੈ ਸਕਦੀ ਹੈ? ਗੁਰਪ੍ਰੀਤ ਜੀ, ਆਪਾਂ ਕੱਲ ਵੀ ਇਹਦੇ ਉੱਤੇ ਗੱਲ ਕੀਤੀ ਸੀ ਔਰ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਜਿਹੜੀ ਸੈਕੰਡ ਸੂਚੀ ਆਉਣੀ ਹੈ, ਕਿਉਂਕਿ ਆਲਰੇਡੀ ਕਾਂਗਰਸ ਲੇਟ ਆਪਾਂ ਨੂੰ ਪਤਾ ਹੈ ਕਿ ਪਿਛਲੀਆਂ ਜਿਹੜੀਆਂ ਸਾਰੀਆਂ ਆਪਾਂ ਦਿਨਾਂ ਦੇ ਵਿੱਚ ਲਗਭਗ ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੀ ਲਗਭਗ ਸਾਰੀਆਂ ਲਿਸਟਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਹੋਈਆਂ ਨੇ। ਬਹੁਤ ਥੋੜੀਆਂ ਜਿਹੜੀਆਂ ਨੇ ਰਹਿੰਦੀਆਂ ਨੇ। ਹੁਣ ਕੀ ਹੈ ਕਿ ਇਸ ਵੇਲੇ ਕਾਂਗਰਸ ਬਿਲਕੁਲ ਪਛੜਦੀ ਨਜ਼ਰ ਆਉਂਦੀ ਹੈ ਇਸ ਸੂਚੀ ਨੂੰ ਜਾਰੀ ਕਰਨ ਦੇ ਵਿੱਚ। ਉਹਦਾ ਵੱਡਾ ਕਾਰਨ ਇਹੀ ਹੈ ਕਿ ਕਈ ਉਮੀਦਵਾਰਾਂ ਦੀ ਜਿਹੜੀ ਹੈਗੀ ਟਿਕਟ ਦੇ ਉੱਤੇ ਹਜੇ ਵੀ ਜਿਹੜੇ ਨੇ ਘੁੰਡੀਆਂ ਫਸੀਆਂ ਹੋਈਆਂ ਨੇ। ਉਹਦੇ ਵੱਡੇ ਕਾਰਨ ਇਹੀ ਨੇ, ਚਾਹੇ ਵੈਦ ਸਾਹਿਬ ਹੋਣ ਜਾਂ ਕੋਈ ਹੋਰ ਕਈ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਦੇ, ਉਹ ਆਪਣੇ ਇਲਾਕੇ ਬਦਲਣਾ ਚਾਹੁੰਦੇ ਨੇ। ਹੁਣ ਕੀ ਜਿਹੜਾ ਨਵਾਂ ਰਫੜ ਜਿਹੜਾ ਸ਼ੁਰੂ ਹੋ ਗਿਆ ਉਹੀ ਹੈ ਕਿ ਕੁਝ ਲੀਡਰ ਚਾਹੁੰਦੇ ਨੇ ਕਿ ਸਾਡੇ ਇਲਾਕੇ ਬਦਲ ਦਿੱਤੇ ਜਾਣ। ਸੋ ਉੱਥੇ ਆਪਾਂ ਨੂੰ ਪਤਾ ਹੈ ਕਿ ਪਹਿਲਾਂ ਜਿਹੜੇ ਅਸੂਲਾਂ ਦੇ ਉੱਤੇ ਚੱਲੀ ਸੀ ਕਾਂਗਰਸ ਕਿ ਇਸ ਵਾਰੀ ਨਾ ਅਸੀਂ ਕੋਈ ਇਲਾਕਾ ਬਦਲਾਂਗੇ, ਨਾ ਇੱਕ ਪਰਿਵਾਰ ਦੇ ਉਮੀਦਵਾਰ ਨੂੰ 2 ਟਿਕਟਾਂ ਦੇਵਾਂਗੇ। ਸੋ ਇਸੇ ਤਰ੍ਹਾਂ ਦੇ ਅਸੂਲ ਜਿਹੜੇ ਨੇ ਜਦੋਂ ਲਾਗੂ ਕੀਤੇ ਸੀਗੇ ਤਾਂ ਪਿਛਲੇ ਦਿਨਾਂ ਦੇ ਵਿੱਚ ਉਹ ਜਿਹੜੀ ਪਿਛਲੀ ਸੂਚੀ ਦੇ ਵਿੱਚ ਉਹ ਵੇਖਣ ਨੂੰ ਮਿਲੇ ਸੀਗੇ। ਪਰ ਇਸ ਵਾਰੀ ਜਦੋਂ ਇਹ ਸਾਰੀਆਂ ਚੀਜ਼ਾਂ ਫਸੀਆਂ ਹੋਈਆਂ ਨੇ ਤਾਂ ਕਈ ਲੀਡਰਾਂ ਨੇ ਇਹ ਮੰਗ ਕੀਤੀ ਹੈ ਕਿ ਸਾਡੇ ਇਲਾਕੇ ਹਰ ਹਾਲਤ ਦੇ ਵਿੱਚ ਬਦਲੇ ਜਾਣ, ਨਹੀਂ ਤਾਂ ਸਾਨੂੰ ਨੁਕਸਾਨ ਹੋ ਸਕਦਾ ਹੈ। ਸੋ ਜੇਕਰ ਇਸ ਇਲਾਕੇ ਬਦਲੇ ਜਾਂਦੇ ਨੇ, ਜੇਕਰ ਆਪਣੇ ਨਿਯਮਾਂ ਦੇ ਉੱਤੇ ਕਾਂਗਰਸ ਖਰੀ ਨਹੀਂ ਉਤਰਨ ਦੀ, ਤਾਂ ਲੋਕਾਂ ਦੇ ਵਿੱਚ ਇਹਦਾ ਜਿਹੜਾ ਹੈਗਾ ਇੱਕ ਨਵੀਂ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਜਿਹੜੀ ਕਿ ਮਾੜਾ ਪ੍ਰਭਾਵ ਜਾ ਸਕਦਾ ਹੈ। ਸੋ ਇਸ ਕਰਕੇ ਕਾਂਗਰਸ ਨੂੰ ਚਾਹੀਦਾ ਹੈ ਕਿ ਜਿਹੜੇ ਅਸੂਲਾਂ ਦੇ ਉੱਤੇ ਪਹਿਲਾਂ ਟਿਕੀ ਹੋਈ ਆ, ਉਹ ਪਿਛਲੀ ਸੂਚੀ ਉਹਨਾਂ ਨੇ ਜਾਰੀ ਕੀਤੀ ਸੀ 86 ਉਮੀਦਵਾਰਾਂ ਦੀ, ਉਹੀ ਸੂਚੀ ਹੀ ਅੱਗੇ ਆਉਣੀ ਚਾਹੀਦੀ ਆ, ਉਹੀ ਅਸੂਲ ਅੱਗੇ ਆਉਣੇ ਚਾਹੀਦੇ ਨੇ। ਇਸ ਸੂਚੀ ਦੇ ਵਿੱਚ ਅਸੂਲਾਂ ਨੂੰ ਛਿੱਕੇ ਟੰਗ ਕੇ ਤੁਸੀਂ ਨਹੀਂ ਆਪਣੇ ਉਮੀਦਵਾਰ ਜਿਹੜੇ ਨੇ ਐਲਾਨ ਕਰ ਸਕਦੇ। ਸੋ ਇਸ ਕਰਕੇ ਕਾਂਗਰਸ ਨੂੰ ਇਹੀ ਚਾਹੀਦਾ ਹੈ ਕਿ ਜਿਵੇਂ ਉਹਨਾਂ ਨੇ ਪਹਿਲਾਂ ਇਹ ਅਸੂਲ ਕਿਹਾ ਸੀਗਾ, ਲੋਕਾਂ ਨੂੰ ਕਿਹਾ ਹੋਇਆ ਕਿ ਅਸੀਂ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਹੀ ਉਮੀਦਵਾਰ ਦੇਵਾਂਗੇ, ਇਸੇ ਤਰ੍ਹਾਂ ਇਸ ਵਾਰੀ ਅਸੀਂ ਇਲਾਕੇ ਨਹੀਂ ਬਦਲਣ ਦੇਵਾਂਗੇ ਉਮੀਦਵਾਰਾਂ ਨੂੰ। ਸੋ ਉਸ ਅਸੂਲ ਦੇ ਉੱਤੇ ਖੜਨਾ ਚਾਹੀਦਾ ਹੈ ਔਰ ਉਸ ਅਸੂਲ ਦੇ ਮੁਤਾਬਕ ਅਗਲੀ ਸੂਚੀ ਜਿਹੜੀ ਹੈਗੀ ਹੈ ਜਾਰੀ ਕਰ ਦੇਣੀ ਚਾਹੀਦੀ ਹੈ। ਔਰ ਉਮੀਦ ਹੈ ਕਿ ਕੱਲ ਆਪਾਂ ਸਾਰੇ ਜਾਣਦੇ ਹਾਂ ਕਿ ਜਿਵੇਂ ਕਿਹਾ ਗਿਆ ਕਿ ਚੰਨੀ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਕਿਸੇ ਕਾਰਨ ਕਰਕੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਪਾਏ ਔਰ ਇਸ ਕਰਕੇ ਉਹ ਸਾਰੀ ਮੀਟਿੰਗ ਜਿਹੜੀ ਹੈਗੀ ਹੈ ਹੁਣ ਪੋਸਟਪੋਨ ਕੀਤੀ ਗਈ ਹੈ। ਔਰ ਸੋਨੀਆ ਗਾਂਧੀ ਨੇ ਜਿਹੜੀ ਸਬ ਕਮੇਟੀ ਬਣਾਈ ਹੈ ਉਹਨਾਂ ਨੂੰ ਹੀ ਇਹ ਹਦਾਇਤਾਂ ਦਿੱਤੀਆਂ ਨੇ ਕਿ ਤੁਸੀਂ ਜੋ ਫੈਸਲਾ ਕਰੋਗੇ ਉਹੀ ਮੇਰੇ ਕੋਲੇ ਉਹਨਾਂ ਦੀ ਲਿਸਟ ਭੇਜਣਾ, ਮੈਂ ਉਹਦੇ ਉੱਤੇ ਮੋਹਰ ਲਾ ਦਿਆਂਗੀ। ਸੋ ਕਹਿਣ ਦਾ ਮਤਲਬ ਹੈ
ਕਿ ਸਬ ਕਮੇਟੀ ਦੀ ਮੀਟਿੰਗ ਅੱਜ ਕਿਸੇ ਵੇਲੇ ਵੀ ਹੋ ਸਕਦੀ ਹੈ ਔਰ ਕਿਸੇ ਵੇਲੇ ਵੀ ਇਹ ਜਿਹੜੀ ਉਮੀਦ ਕੀਤੀ ਜਾਂਦੀ ਹੈ ਕਿ ਲਿਸਟਾਂ ਦੀ ਜਿਹੜੀ ਸੈਕੰਡ ਲਿਸਟ ਹੈ ਉਮੀਦਵਾਰਾਂ ਦੀ, ਜਿਹੜੀ 31 ਉਮੀਦਵਾਰ ਨੇ ਉਹ ਰਹਿ ਗਏ ਨੇ, ਉਹਨਾਂ ਦੀ ਲਿਸਟ ਅੱਜ ਹਰ ਹਾਲਤ ਦੇ ਵਿੱਚ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਉਹ ਸਾਹਮਣੇ ਆਏਗੀ ਔਰ ਉਹਦੇ ਵਿੱਚ ਅਸੂਲਾਂ ਦੇ ਉੱਤੇ ਪਹਿਰਾ ਦਿੱਤਾ ਜਾਏਗਾ ਔਰ ਖਾਸ ਤੌਰ ਤੇ ਇੱਕ ਉਮੀਦਵਾਰ ਇੱਕ ਪਰਿਵਾਰ ਦੇ ਵਿੱਚੋਂ। ਔਰ ਦੂਸਰਾ ਅਸੂਲ ਜਿਹੜਾ ਅਪਣਾਇਆ ਹੋਇਆ ਕਿ ਇਸ ਵਾਰੀ ਅਸੀਂ ਵੱਖ-ਵੱਖ ਉਮੀਦਵਾਰਾਂ ਦੇ, ਕੋਈ ਵੀ ਹੈ, ਚਾਹੇ ਮਿਨਿਸਟਰ ਸਾਹਿਬਾਨ ਸੀਗਾ, ਚਾਹੇ ਉਹ MLA ਸਾਹਿਬਾਨ ਹੈ, ਚਾਹੇ ਜਿੱਤਿਆ ਹੋਇਆ ਚਾਹੇ ਹਾਰਿਆ ਹੋਇਆ, ਉਹਨਾਂ ਦੇ ਅਸੀਂ ਇਸ ਵਾਰੀ ਜਿਹੜੇ ਇਲਾਕੇ ਨਹੀਂ ਬਦਲਾਂਗੇ। ਸੋ ਇਸ ਕਰਕੇ ਉਸ ਦੇ ਉੱਤੇ ਜੇਕਰ ਖੜਦੀ ਹੈ ਕਾਂਗਰਸ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਇਹਦੇ ਵਿੱਚ ਲਗਭਗ ਉਹੀ ਗੱਲਾਂ ਜਿਹੜੀਆਂ ਨੇ ਪਿਛਲੇ ਜਿਹੜੀ ਲਿਸਟ ਦੇ ਵਿੱਚ ਸਾਹਮਣੇ ਆਈਆਂ ਸੀਗੀਆਂ ਉਹ ਹੀ ਲਗਭਗ ਉਸ ਤਰ੍ਹਾਂ ਦੇ ਉਮੀਦਵਾਰ ਤੁਹਾਨੂੰ ਮਿਲਣ ਨੂੰ, ਦੇਖਣ ਨੂੰ ਮਿਲ ਸਕਦੇ ਆ ਗੁਰਪ੍ਰੀਤ ਜੀ। ਬਿਲਕੁਲ, ਤੇ ਜਿਸ ਤਰ੍ਹਾਂ ਹੁਣ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਹਾਈ ਕਮਾਂਡ ਕਾਮਯਾਬ ਨਹੀਂ ਹੋਈ ਹੈਗੀ ਇਹ ਫੈਸਲਾ ਲੈਣ ਦੇ ਵਿੱਚ, ਤੇ ਸਬ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਹੈ, ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਨਜ਼ਰਾਂ ਵੀ ਇਸ ਲਿਸਟ ਤੇ ਟਿਕੀਆਂ ਹੋਈਆਂ ਨੇ, ਕਿਉਂਕਿ ਵੱਡਾ ਜਿਹੜਾ ਫੇਰ ਬਦਲ ਹੋ ਸਕਦੀ ਹੈ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਲੱਗ ਰਿਹਾ ਹੈ ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ। ਤੇ ਗੱਲ ਕਰਾਂਗੇ ਰਾਹੁਲ ਗਾਂਧੀ ਦੀ, 27 ਜਨਵਰੀ ਨੂੰ ਪੰਜਾਬ ਦੌਰੇ ਤੇ ਆ ਰਹੇ ਨੇ, ਤੇ ਉਹਨਾਂ ਦੇ ਇਸ ਦੌਰੇ ਨੂੰ ਕਿਵੇਂ ਦੇਖਦੇ ਹੋ 22 ਦੀਆਂ ਚੋਣਾਂ ਨੂੰ ਲੈ ਕੇ? ਗੁਰਪ੍ਰੀਤ ਜੀ, ਇਸ ਵਾਰੀ ਬਿਲਕੁਲ ਜੇ ਆਪਾਂ ਦੇਖੀਏ ਕਿ 17 ਨਾਲੋਂ ਵੱਖਰਾ ਮਾਹੌਲ ਹੈ ਚੋਣਾਂ ਦਾ। ਉਹਦਾ ਵੱਡਾ ਕਾਰਨ ਇਹ ਹੈ ਕਿ ਉਸ ਵੇਲੇ ਕਰੋਨਾ ਦਾ ਡਰ ਲੋਕਾਂ ਦੇ ਵਿੱਚ ਨਹੀਂ ਸੀਗਾ, ਇਸ ਕਰਕੇ ਚੋਣ ਕਮਿਸ਼ਨ ਵੱਲੋਂ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਵੱਖ-ਵੱਖ ਉਮੀਦਵਾਰਾਂ ਦੇ ਉੱਤੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਚੋਣ ਪ੍ਰਕਿਰਿਆ ਨੂੰ ਲੈ ਕੇ, ਸੋ ਇਸ ਕਰਕੇ ਇਸ ਵਾਰੀ ਆਪਾਂ ਸਾਰੇ ਜਾਣਦੇ ਹਾਂ ਕਿ ਵੱਡੀਆਂ ਰੈਲੀਆਂ ਨਹੀਂ ਕੀਤੀਆਂ। ਖਾਸ ਤੌਰ ਤੇ 31 ਜਨਵਰੀ ਤੱਕ ਇਹ ਜਿਹੜੇ ਨਿਯਮ ਨੇ ਇਹ ਵਧਾ ਦਿੱਤੇ ਗਏ ਨੇ ਚੋਣ ਕਮਿਸ਼ਨ ਦੇ ਰਾਹੀਂ। ਸੋ ਜੇਕਰ ਰਾਹੁਲ ਜੀ ਆਉਂਦੇ ਨੇ 27 ਤਰੀਕ ਨੂੰ ਇਸ ਮਹੀਨੇ ਦੀ, ਤਾਂ ਉਹ ਕੋਈ ਬਹੁਤਾ ਵੱਡਾ ਜਿਹੜਾ ਹੈਗਾ ਵੱਡੀਆਂ ਰੈਲੀਆਂ ਨਹੀਂ ਕਰ ਸਕਣਗੇ। ਇਸ ਕਰਕੇ ਸਿਰਫ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ, ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਉਹ ਕਾਰ ਦੇ ਰਾਹੀਂ ਹੀ ਜਲੰਧਰ ਵਿਖੇ ਆਉਣਗੇ। ਸੋ ਇਸ ਕਰਕੇ ਕੋਈ ਉਸ ਕਿਸਮ ਦੀ ਰੈਲੀ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਨਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ, ਕਿਉਂਕਿ ਚੋਣ ਕਮਿਸ਼ਨ ਨੇ ਬਹੁਤ ਵੱਡੇ ਜਿਹੜੇ ਨੇ ਉਹ ਪਾਬੰਦੀਆਂ ਇਸ ਵੇਲੇ ਲਾਈਆਂ ਹੋਈਆਂ ਨੇ। ਲਗਭਗ 500 ਤੋਂ ਵੱਧ ਬੰਦਾ ਤੁਸੀਂ ਨਹੀਂ ਇਕੱਠਾ ਕਰ ਸਕਦੇ। ਇਸੇ ਤਰ੍ਹਾਂ ਨੁੱਕੜ ਮੀਟਿੰਗਾਂ ਜਿਹੜੀਆਂ ਨੇ ਬਹੁਤ ਛੋਟੀਆਂ-ਛੋਟੀਆਂ ਤੁਸੀਂ ਕਰ ਸਕਦੇ ਹੋ। ਸੋ ਉਮੀਦ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਝ ਫੋਟੋਆਂ ਵੇਖਣ ਨੂੰ ਆਈਆਂ ਸੀ, ਵੀਡੀਓਜ਼ ਵੇਖਣ ਨੂੰ ਆਈਆਂ ਸੀਗੀਆਂ ਕਿ ਵੱਖ-ਵੱਖ ਜਿਹੜੇ ਵੱਡੇ ਲੀਡਰ ਨੇ ਉਹ ਡੋਰ ਟੂ ਡੋਰ ਕਰਦੇ ਨਜ਼ਰ ਆਏ ਸੀਗੇ, ਚਾਹੇ ਕੇਜਰੀਵਾਲ ਜੀ ਹੋਣ, ਚਾਹੇ ਹੋਰ ਬਾਕੀ ਪਾਰਟੀਆਂ ਦੇ ਹੋਣ, ਉਹਨਾਂ ਨੇ ਡੋਰ ਟੂ ਡੋਰ ਨੂੰ ਅਪਣਾਇਆ ਸੀਗਾ, ਇਹ ਸਿਸਟਮ ਨੂੰ ਅਪਣਾਇਆ ਸੀਗਾ। ਸੋ ਉਮੀਦ ਹੈ ਕਿ ਉਸੇ ਤਰ੍ਹਾਂ ਦਾ ਸਿਸਟਮ ਅਪਣਾਉਂਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਰਾਹੁਲ ਜੀ ਵੱਖ-ਵੱਖ ਉਮੀਦਵਾਰਾਂ ਦੇ ਡੋਰ ਟੂ ਡੋਰ ਕਰਦਿਆਂ ਵੀ ਨਜ਼ਰ ਆ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਵੱਡੀਆਂ ਰੈਲੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਔਰ ਉਮੀਦ ਹੈ ਕਿ ਕਾਂਗਰਸ ਇਸ ਸਾਰੇ ਜੋ ਵੀ ਚੋਣ ਪ੍ਰਕਿਰਿਆ ਇਸ ਵੇਲੇ ਲਾਗੂ ਹੋਈ ਹੈ ਪੂਰੇ ਵੱਖ-ਵੱਖ ਸਟੇਟਾਂ ਦੇ ਵਿੱਚ, 5 ਸਟੇਟਾਂ ਦੇ ਵਿੱਚ, ਉਹਨੂੰ ਜਿਹੜਾ ਹੈਗਾ ਮੰਨੇਗੀ ਔਰ ਵੱਡੀਆਂ ਰੈਲੀਆਂ ਤੋਂ ਗੁਰੇਜ਼ ਕੀਤਾ ਜਾਏਗਾ। ਗੁਰਪ੍ਰੀਤ ਜੀ, ਬਿਲਕੁਲ, ਤੇ ਡਾਕਟਰ ਸਾਹਿਬ ਇੱਥੇ ਇੱਕ ਅਹਿਮ ਸਵਾਲ ਇਹ ਵੀ ਬਣਦਾ ਹੈ ਕਿ ਜਿਵੇਂ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਉਹ ਕਾਫੀ ਚੱਲ ਰਿਹਾ ਹੈ, ਤੇ ਰਾਹੁਲ ਗਾਂਧੀ ਜਦੋਂ ਪੰਜਾਬ ਆਉਣਗੇ ਤਾਂ ਕੀ ਇੱਕ ਮੰਚ ਤੇ ਸਾਰੇ ਲੀਡਰਾਂ ਨੂੰ ਇਕੱਠੇ ਕਰ ਪਾਉਣਗੇ? ਜੀ ਦੇਖੋ ਗੁਰਪ੍ਰੀਤ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਕਾਂਗਰਸ ਦੇ ਵਿੱਚ, ਜਿਵੇਂ ਤੁਸੀਂ ਵੀ ਦੱਸਿਆ ਹੈ ਔਰ ਆਪਾਂ ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਪਿਛਲੇ ਸਮੇਂ ਨਾਲੋਂ ਲਗਭਗ ਇਸ ਵੇਲੇ ਇਹੀ ਹੈ ਕਿ ਜਿੰਨਾ ਕਾਟੋ ਕਲੇਸ਼ ਵਧਿਆ ਹੋਇਆ ਉਹਨਾਂ ਪਹਿਲਾਂ ਕਦੇ ਵੀ ਨਹੀਂ ਸੀਗਾ। ਔਰ ਉਹਦਾ ਕਾਰਨ ਇਹੀ ਹੈ ਕਿ ਆਪਾਂ ਸਾਰੇ ਜਾਣਦੇ ਹਾਂ, ਪੂਰਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਪੰਜਾਬ ਦੀ ਪੋਲਿਟਿਕਸ ਦਾ, ਕਿ ਕੈਪਟਨ ਸਾਹਿਬ ਨੂੰ ਇੱਕ ਆਪਣਾ ਮੁੱਖ ਮੰਤਰੀ ਦਾ ਜਿਹੜਾ ਹੈਗਾ ਉਹਦਾ ਛੱਡਣਾ ਪਿਆ ਸੀਗਾ। ਔਰ ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਕਿ ਕੋਈ ਕਾਂਗਰਸ ਦਾ ਮੁੱਖ ਮੰਤਰੀ ਹੋਵੇ ਔਰ ਉਹਨਾਂ ਨੂੰ 6 ਮਹੀਨੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੋਵੇ, ਉਹਨੂੰ ਲਾ ਦਿੱਤਾ ਗਿਆ ਹੋਵੇ, ਸਿਰਫ ਇਸ ਕਰਕੇ ਕਿ ਉਹਨਾਂ ਦੀ ਕਾਰਜਸ਼ੈਲੀ ਜਿਹੜੀ ਹੈਗੀ ਹੈ ਵਧੀਆ ਨਹੀਂ ਮੰਨੀ ਗਈ। ਸੋ ਇਸ ਕਰਕੇ ਕਾਂਗਰਸ ਦੇ ਵਿੱਚ ਕਾਫੀ ਦੁਫਾੜ ਪੈਂਦਾ ਨਜ਼ਰ ਆਇਆ ਹੈ ਪਿਛਲੇ ਲਗਭਗ 1 ਸਾਲ ਦਾ ਇਤਿਹਾਸ ਜਦੋਂ ਅਸੀਂ ਵੇਖਦੇ ਹਾਂ। ਸੋ ਉਸ ਕਰਕੇ ਬਹੁਤ ਸਾਰੇ ਗਰੁੱਪ ਨੇ, ਆਪਾਂ ਸਾਰੇ ਜਾਣਦੇ ਹਾਂ
ਕਿ ਇੱਕ ਪਾਸੇ ਚੰਨੀ ਸਾਹਿਬ ਦਾ ਗਰੁੱਪ ਹੈ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਗਰੁੱਪ ਹੈ, ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਗਰੁੱਪ ਹੈ, ਇੱਕ ਪਾਸੇ ਸੁਨੀਲ ਜਾਖੜ ਸਾਹਿਬ ਦੀ ਆਪਣੀ ਸੋਚ ਹੈ। ਸੋ ਕਹਿਣ ਦਾ ਮਤਲਬ ਹੈ ਕਿ ਅਲੱਗ-ਅਲੱਗ ਸੋਚਾਂ ਨੂੰ ਇਕੱਠਿਆ ਕਰਨ ਦੀ ਕੋਸ਼ਿਸ਼ ਹੈ ਇਸ ਵੇਲੇ ਹਾਈ ਕਮਾਂਡ ਦੀ ਬਹੁਤ ਇੱਕ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ। ਔਰ ਇਹੀ ਕਾਰਨ ਹੈ ਕਿ ਪਹਿਲੀ ਵਾਰੀ ਇੰਨੀ ਜਿਹੜੀ ਸੂਚੀ ਹੈ ਉਹ ਇੰਨੀ ਦੇਰ ਉਹਨੂੰ ਹੋਈ ਹੈ ਔਰ ਲਟਕਦੀ ਨਜ਼ਰ ਆ ਰਹੀ ਹੈ ਇਸ ਕਾਟੋ ਕਲੇਸ਼ ਦੇ ਕਰਕੇ ਹੀ। ਸੋ ਬਹੁਤ ਮੁਸ਼ਕਲ ਹੋਏਗਾ ਰਾਹੁਲ ਜੀ ਨੂੰ ਕਿ ਸਾਰੀ ਬਣ ਦੀ ਲੱਕੜੀ ਨੂੰ ਇਕੱਠਾ ਕਰਨਾ ਇੱਕ ਜਗ੍ਹਾ ਦੇ ਉੱਤੇ ਔਰ ਉਹ ਇਕੱਠਿਆਂ ਜਾ ਕੇ ਇੱਕ ਸੰਦੇਸ਼ ਦੇਣਾ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਇਕੱਠੇ ਹਾਂ, ਪੰਜਾਬ ਦੀ ਜਿਹੜੀ ਕਾਂਗਰਸ ਹੈ ਉਹ ਸਾਰੀ ਇਕਜੁੱਟ ਹੈ। ਸੋ ਇਸ ਕਰਕੇ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਔਰ ਉਹ ਨਾਰਾਜ਼ਗੀ ਜਿਹੜੀ ਹੈਗੀ ਹੈ ਉਹ 27 ਤਰੀਕ ਨੂੰ ਕਿਤੇ ਨਾ ਕਿਤੇ ਜ਼ਰੂਰ ਸਾਹਮਣੇ ਆਏਗੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਉਦੋਂ ਤੱਕ ਤਾਂ ਉਹਦੇ ਵਿੱਚ ਕਾਂਗਰਸ ਦੇ ਵਿੱਚੋਂ ਹੋ ਸਕਦਾ ਹੈ ਕਿ ਕੈਪਟਨ ਸਾਹਿਬ ਦੇ ਨਾਲ ਚਲੇ ਜਾਣ ਜਾਂ ਬੀਜੇਪੀ ਦੇ ਵਿੱਚ ਚਲੇ ਜਾ ਸਕਦੇ ਹੈ ਕਾਂਗਰਸ ਦੇ ਲੀਡਰ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਸਕਦੇ ਆ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਔਖਾ ਹੈ ਰਾਹੁਲ ਗਾਂਧੀ ਜੀ ਲਈ ਔਰ ਹਾਈ ਕਮਾਂਡ ਦੇ ਲਈ ਸਾਰੀ ਕਾਂਗਰਸ ਨੂੰ ਇਕੱਠਿਆ ਰੱਖ ਕੇ ਇਕਜੁੱਟ ਹੋ ਕੇ ਚੋਣ ਮੈਦਾਨ ਦੇ ਵਿੱਚ ਉਤਾਰਨਾ ਇਸ ਵੇਲੇ ਬਹੁਤ ਵੱਡੀ ਚੁਣੌਤੀ ਕਹਿ ਸਕਦੇ ਹਾਂ ਕਿ ਰਾਹੁਲ ਗਾਂਧੀ ਜੀ ਦੇ ਸਾਹਮਣੇ ਹੈ। ਔਰ ਉਮੀਦ ਹੈ ਕਿ ਰਾਹੁਲ ਜੀ ਇਸ ਚੁਣੌਤੀ ਨੂੰ ਪਾਰ ਕਰਨਗੇ, ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨਗੇ, ਲੋਕਾਂ ਨੂੰ ਦੱਸਣਗੇ ਕਿ ਅਸੀਂ ਇਕਜੁੱਟ ਹੋ ਕੇ ਚੋਣ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਤੁਸੀਂ ਚੋਣਾਂ ਦੇ ਵਿੱਚ ਜਾਂਦੇ ਹੋ ਔਰ ਇਹ ਦਿਖਾਉਣਾ ਕਿ ਅਸੀਂ ਇਕਜੁੱਟ ਹਾਂ, ਅਸੀਂ ਏਕਤਾ ਦੇ ਨਾਲ ਲੜ ਰਹੇ ਹਾਂ। ਜੇਕਰ ਤੁਹਾਡੀ ਜਿਹੜੀ ਹੈਗੀ ਹੈ ਬਾਹਰ ਜਾਂਦੀ ਹੈ ਇਹ ਲੋਕਾਂ ਦੇ ਵਿੱਚ ਕਿ ਪਾਰਟੀ ਜਿਹੜੀ ਹੈਗੀ ਹੈ ਇਕਜੁੱਟ ਨਹੀਂ ਹੈ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਕਈ ਥਾਵਾਂ ਦੇ ਉੱਤੇ ਵੱਡੇ ਲੀਡਰਾਂ ਨੇ ਆਪਣੇ ਪੁੱਤਰਾਂ ਨੂੰ ਵੀ ਖੜਾ ਕੀਤਾ, ਆਜ਼ਾਦ ਤੌਰ ਤੇ ਕਿਹਾ ਜਾ ਰਿਹਾ ਕਿ ਉਹ ਖੜੇ ਨੇ ਔਰ ਇਸੇ ਤਰ੍ਹਾਂ ਚੰਨੀ ਜੀ ਦੇ ਰਿਸ਼ਤੇਦਾਰ ਕਹੇ ਜਾ ਰਹੇ ਨੇ ਕਿ ਉਹ ਵੀ ਗੁੱਸੇ ਨਜ਼ਰ ਆ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਂਗਰਸ ਨੂੰ ਔਰ ਇਹਦੇ ਤੋਂ ਕਿਵੇਂ ਪਾਰ ਲੰਘਾਏਗੀ ਇਹ ਹੁਣ ਸਮਾਂ ਹੀ ਦੱਸੇਗਾ। ਗੁਰਪ੍ਰੀਤ ਜੀ, ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਕਿੱਦਾਂ ਦਾ ਰਹੇਗਾ ਤੇ ਕੀ ਐਲਾਨ ਉਹਨਾਂ ਦੇ ਵੱਲੋਂ ਕੀਤੇ ਜਾ ਸਕਦੇ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ। ਤੇ ਗੱਲ ਹੁਣ ਭਾਜਪਾ ਦੀ ਕਰ ਲੈਂਦੇ ਆ। ਭਾਜਪਾ ਮੁੱਦੇ ਤਾਂ ਹਾਲਾਂਕਿ ਹੋਰ ਵੀ ਨੇ ਪੰਜਾਬ 'ਚ ਬਹੁਤ, ਤੇ ਭਾਜਪਾ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ ਸੁਰੱਖਿਆ ਹੈ ਅਹਿਮ ਮੁੱਦਾ ਹੋਣ ਵਾਲਾ ਇਹਨਾਂ ਚੋਣਾਂ ਦੇ ਵਿੱਚ, ਤਾਂ ਭਾਜਪਾ ਨੂੰ ਸੁਰੱਖਿਆ ਦੀ ਕਮੀ ਕਿਉਂ ਨਜ਼ਰ ਆਉਂਦੀ ਹੈ ਪੰਜਾਬ ਦੇ ਵਿੱਚ? ਕੀ ਇਹ ਬਿਆਨ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਦੇ ਸੁਰੱਖਿਆ ਦੇ ਵਿੱਚ ਕੁਤਾਹੀ ਹੋਈ ਸੀ ਉਸ ਸੰਦਰਭ ਦੇ ਵਿੱਚ ਦਿੱਤਾ ਗਿਆ? ਬਿਲਕੁਲ ਗੁਰਪ੍ਰੀਤ ਜੀ, ਬੀਜੇਪੀ ਦਾ ਬਿਆਨ ਕੋਈ ਪਹਿਲੀ ਵਾਰੀ ਨਹੀਂ ਆਇਆ ਕਿ ਸੁਰੱਖਿਆ ਦਾ ਬੜਾ ਖਤਰਾ ਹੈ ਪੰਜਾਬ ਨੂੰ। ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਵੇਗਾ, ਚਾਹੇ ਕੈਪਟਨ ਅਮਰਿੰਦਰ ਸਿੰਘ ਜੀ ਹੋਣ, ਜਦੋਂ ਉਹ ਮੁੱਖ ਮੰਤਰੀ ਸੀਗੇ ਉਸ ਵੇਲੇ ਵੀ ਉਹਨਾਂ ਦੇ ਬਿਆਨ ਲਗਾਤਾਰ ਆਉਂਦੇ ਹੁੰਦੇ ਸੀਗੇ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਨੂੰ ਪਾਕਿਸਤਾਨ ਤੋਂ ਬੜਾ ਖਤਰਾ ਹੈ, ਅੱਤਵਾਦ ਦਾ ਬੜਾ ਖਤਰਾ ਹੈ। ਔਰ ਲਗਾਤਾਰ ਆਪਾਂ ਸਾਰੇ ਜਾਣਦੇ ਹਾਂ ਕਿ ਉਸੇ ਤਰ੍ਹਾਂ ਦੇ ਬਿਆਨ ਬੀਜੇਪੀ ਦਿੰਦੀ ਰਹੀ ਹੈ। ਔਰ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਹੋਣ ਚਾਹੇ ਬੀਜੇਪੀ ਹੋਵੇ, ਉਹਨਾਂ ਨੂੰ ਹਮੇਸ਼ਾ ਹੀ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੈਗੀ ਹੈ ਉਹ ਚੰਗੀ ਲੱਗਦੀ ਹੈ। ਔਰ ਉਹਦਾ ਵੱਡਾ ਕਾਰਨ ਇਹੀ ਹੈ ਕਿ ਲੋਕਾਂ ਨੂੰ ਇਦਾਂ ਦੇ ਡਰ ਦੇ ਕੇ, ਇਦਾਂ ਦਾ ਮਤਲਬ ਇੱਕ ਦੱਸ ਕੇ ਕਿ ਦੇਖੋ ਜੀ ਤੁਹਾਡੇ ਉੱਤੇ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ਔਰ ਇਸ ਕਰਕੇ ਸਾਨੂੰ ਤੁਸੀਂ ਵੋਟਾਂ ਦਿਓ, ਅਸੀਂ ਉਸ ਖਤਰੇ ਦਾ ਹੱਲ ਕਰਾਂਗੇ। ਇਦਾਂ ਦੀ ਰਾਜਨੀਤੀ ਬੀਜੇਪੀ ਔਰ ਕੈਪਟਨ ਸਾਹਿਬ ਦੀ ਰਹੀ ਹੈ ਹੁਣ ਤੱਕ, ਜਦੋਂ ਵੀ ਜਿੰਨਾ ਵੀ ਆਪਾਂ ਸਮਾਂ ਕੈਪਟਨ ਸਾਹਿਬ ਦਾ ਦੇਖਦੇ ਹਾਂ ਔਰ ਇਸੇ ਤਰ੍ਹਾਂ ਬੀਜੇਪੀ ਦਾ ਵੇਖਦੇ ਹਾਂ। ਸੋ ਕਹਿਣ ਦਾ ਮਤਲਬ ਹੈ ਕਿ ਇਹ ਦੇਖੋ ਜਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਇਹ ਸੁਰੱਖਿਆ ਏਜੰਸੀਆਂ ਦੀ ਡਿਊਟੀ ਹੁੰਦੀ ਹੈ ਔਰ ਸੁਰੱਖਿਆ ਏਜੰਸੀਆਂ ਨੂੰ ਤੁਸੀਂ ਮਜ਼ਬੂਤ ਕਰਨਾ ਹੁੰਦਾ ਹੈ। ਸੋ ਇਸ ਕਰਕੇ ਆਪਾਂ ਸਾਰੇ ਜਾਣਦੇ ਹਾਂ ਕਿ BSF ਨੂੰ ਇਹ ਕਿਹਾ ਗਿਆ ਕਿ ਹੁਣ ਤੁਸੀਂ 50 ਕਿਲੋਮੀਟਰ ਜਿਹੜਾ ਹੈਗਾ ਅੰਦਰ ਆ ਸਕਦੇ ਹੋ। ਇੱਕ ਪਹਿਲਾਂ ਹੀ ਇੱਕ ਆਲਰੇਡੀ ਉਹਨਾਂ ਨੇ ਕਾਨੂੰਨ ਜਿਹੜਾ ਹੈਗਾ ਲਿਆ ਚੁੱਕੀ ਹੈ ਬੀਜੇਪੀ। ਸੋ ਇਸ ਕਰਕੇ ਇਹ ਬੀਜੇਪੀ ਦੀ ਨੇ ਇਸੇ ਤਰ੍ਹਾਂ ਦੇ ਮੁੱਦਿਆਂ ਨੂੰ ਉਭਾਰ ਕੇ ਆਪਣੀ ਸੱਤਾ ਕਾਇਮ ਕੀਤੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਆਧਾਰ ਦੇ ਉੱਤੇ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਸਿੰਪਥੀ ਜ਼ਾਹਿਰ ਕਰਨਗੇ ਜਾਂ ਡਰ ਕੇ ਉਹਨਾਂ ਨੂੰ ਕੋਈ ਵੋਟਾਂ ਦੇ ਦੇਣਗੇ। ਇਦਾਂ ਦੀਆਂ ਕੋਈ ਸੰਭਾਵਨਾਵਾਂ ਪੰਜਾਬ ਦੇ ਵਿੱਚ ਨਜ਼ਰ ਨਹੀਂ ਆ ਰਹੀਆਂ। ਜਿਸ ਤਰ੍ਹਾਂ ਦੇ ਮੁੱਦੇ ਚੁੱਕਦੀ ਨਜ਼ਰ ਆ ਰਹੀ ਹੈ, ਚਾਹੇ ਉਹ ਬੀਜੇਪੀ ਹੋਵੇ ਚਾਹੇ ਕੈਪਟਨ ਸਾਹਿਬ ਦੀ ਪਾਰਟੀ ਹੋਵੇ, ਉਹ ਕੋਈ ਬਹੁਤੇ ਪੰਜਾਬ ਦੇ ਨਾਲ ਸਿੱਧੇ ਤੌਰ ਤੇ ਉਹ ਜਿਹੜੇ ਨੇ ਸੰਬੰਧਿਤ ਨਹੀਂ ਹੈਗੇ।
ਔਰ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਬੀਜੇਪੀ ਨੂੰ ਔਰ ਕੈਪਟਨ ਸਾਹਿਬ ਦੀ ਜਿਹੜੀ ਸੋਚ ਹੈ ਉਸ ਨੂੰ ਨਕਾਰਿਆ ਹੈ। ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਦੀ ਸੋਚ ਨੂੰ ਬਹੁਤਾ ਤਵੱਜੋ ਜਿਹੜੀ ਹੈਗੀ ਆ ਪੰਜਾਬ ਦੇ ਲੋਕ ਨਹੀਂ ਦੇਣਗੇ। ਗੁਰਪ੍ਰੀਤ ਜੀ, ਤੇ ਹੁਣ ਅਕਾਲੀ ਦਲ ਦੀ ਗੱਲ ਕਰ ਲੈਂਦੇ ਆ। ਵਿਕਰਮ ਮਜੀਠੀਆ ਨੂੰ ਜਿਹੜਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ, ਉਹਨਾਂ ਦੀ ਅਗਰਿਮ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਤੇ ਹਾਈ ਕੋਰਟ ਨੇ ਇੱਕ ਗੰਭੀਰ ਟਿੱਪਣੀ ਵੀ ਕੀਤੀ ਸੀ ਵਿਕਰਮ ਮਜੀਠੀਆ ਤੇ ਕਿ ਹਿਰਾਸਤ ਦੇ ਵਿੱਚ ਪੁੱਛਗਿੱਛ ਹੋਣੀ ਜ਼ਰੂਰੀ ਹੈ। ਕਿਵੇਂ ਦੇਖਦੇ ਹੋ ਉਹਨਾਂ ਦੇ? ਜੀ ਗੁਰਪ੍ਰੀਤ ਜੀ, ਦੇਖੋ ਜਿਹੜੇ ਉਹਨਾਂ ਦੇ ਉੱਤੇ ਜਿੰਨੀਆਂ ਧਾਰਾਵਾਂ ਲਾਈਆਂ ਗਈਆਂ ਨੇ ਮਜੀਠੀਆ ਸਾਹਿਬ ਦੇ ਉੱਤੇ, ਉਹ ਬਹੁਤ ਹੀ ਖਤਰਨਾਕ ਧਾਰਾਵਾਂ ਨੇ ਔਰ ਉਹਨਾਂ ਦੇ ਵਿੱਚ ਇਹ ਪਹਿਲਾਂ ਹੀ ਅੰਡਰਸਟੂਡ ਸੀਗਾ, ਇਹ ਪਹਿਲਾਂ ਹੀ ਜਾਣਕਾਰੀ ਸੀ ਕਿ ਜਿਸ ਤਰ੍ਹਾਂ ਦੀਆਂ ਧਾਰਾਵਾਂ ਉਸ ਕੇਸ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਉਹਦੇ ਵਿੱਚ ਜ਼ਮਾਨਤ ਮਿਲਣੀ ਬਹੁਤ ਔਖੀ ਹੈ। ਇਸੇ ਕਰਕੇ ਹੀ ਪਹਿਲਾਂ ਚਾਹੇ ਉਹ ਹੇਠਲੀ ਅਦਾਲਤ ਹੋਵੇ ਉੱਥੋਂ ਵੀ ਜ਼ਮਾਨਤ ਦੀ ਅਰਜ਼ੀ ਉਹਨਾਂ ਦੀ ਰੱਦ ਹੋਈ ਸੀਗੀ, ਉਹ ਰੂਪ ਹੋ ਗਏ ਸੀਗੇ, ਆਪਾਂ ਸਾਰੇ ਜਾਣਦੇ ਹਾਂ। ਇਸੇ ਤਰ੍ਹਾਂ ਬਾਅਦ ਦੇ ਵਿੱਚ ਹੁਣ ਹਾਈ ਕੋਰਟ ਨੇ ਉਹ ਜ਼ਮਾਨਤ ਦੀ ਅਰਜ਼ੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਰੱਦ ਕਰ ਦਿੱਤੀ ਹੈ। ਹੁਣ ਉਹ ਸੁਪਰੀਮ ਕੋਰਟ ਜਾ ਸਕਦੇ ਨੇ, ਉਮੀਦ ਹੈ ਕਿ ਹੁਣ ਵੀ ਉਹ ਰੂਪੋਸ਼ ਹੋ ਚੁੱਕੇ ਨੇ। ਸੋ ਇਸ ਕਰਕੇ ਜਿਸ ਤਰ੍ਹਾਂ ਦੀਆਂ ਧਾਰਾਵਾਂ ਲਾਈਆਂ ਗਈਆਂ ਨੇ ਨਸ਼ਿਆਂ ਨੂੰ ਲੈ ਕੇ, ਆਪਾਂ ਸਾਰੇ ਜਾਣਦੇ ਹਾਂ ਕਿ ਬੜਾ ਖਤਰਨਾਕ ਕਾਨੂੰਨ ਹੈ। ਸੋ ਜੇਕਰ ਇਹਦੇ ਉੱਤੇ ਕੋਈ ਇਹਦੇ ਨਾਲ ਗ੍ਰਿਫਤਾਰੀ ਹੁੰਦੀ ਹੈ ਮਜੀਠੀਆ ਸਾਹਿਬ ਦੀ, ਤਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮਜੀਠੀਆ ਸਾਹਿਬ ਨੂੰ ਵੀ ਔਰ ਅਕਾਲੀ ਦਲ ਨੂੰ ਵੀ, ਕਿਉਂਕਿ ਅਕਾਲੀ ਦਲ ਇਸ ਵੇਲੇ ਇਸ ਮੁੱਦੇ ਦੇ ਉੱਤੇ ਬੈਕਫੁੱਟ ਤੇ ਜਾਂਦਾ ਜਿਹੜਾ ਹੈਗਾ ਦਿਖਾਈ ਦੇ ਰਿਹਾ ਹੈ। ਔਰ ਕਾਂਗਰਸ ਜਿਹੜੀ ਕਿਸੇ ਵੇਲੇ ਕਹਿੰਦੀ ਰਹੀ ਹੈ, ਪਰ ਇਹਦੇ ਵਿੱਚ ਸਮਝਣ ਵਾਲੀ ਗੱਲ ਇਹੀ ਹੈ ਕਿ ਇਹ ਸਾਰੀਆਂ ਚੀਜ਼ਾਂ ਚੋਣਾਂ ਤੋਂ ਇੱਕਦਮ ਪਹਿਲਾਂ ਕਿਉਂ ਹੋ ਰਹੀਆਂ ਨੇ। ਇਹ ਇੱਕ ਪੰਜਾਬ ਦੇ ਲੋਕ ਜਿਹੜੇ ਨੇ ਬਹੁਤ ਵੱਡੇ ਸਵਾਲ ਵੱਖ-ਵੱਖ ਸਰਕਾਰਾਂ ਨੂੰ ਪੁੱਛਣਾ ਚਾਹੁੰਦੇ ਨੇ ਕਿ ਜੇਕਰ ਚਾਹੇ ਉਹ ਈਡੀ ਦੇ ਮਸਲੇ ਹੋਣ, ਚਾਹੇ ਉਹ ਇਹਨਾਂ ਦੇ ਮਜੀਠੀਆ ਦੇ ਉੱਤੇ ਕਾਰਵਾਈ ਹੋਵੇ, ਇਹ ਪਹਿਲਾਂ ਪੌਣੇ 5 ਸਾਲ ਜਾਂ 5 ਸਾਲ ਜਦੋਂ ਸੱਤਾ ਆਉਂਦੀ ਹੈ ਉਦੋਂ ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਹੁੰਦੀਆਂ, ਉਦੋਂ ਇਹ ਕਿਉਂ ਨਹੀਂ ਸੈਟਲ ਕਰ ਲਈਆਂ ਜਾਂਦੀਆਂ, ਉਦੋਂ ਇਹ ਮੁੱਦੇ ਕਿੱਥੇ ਜਾਂਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜੇ ਆਪਾਂ ਇਹਨੂੰ ਟੈਕਨੀਕਲ ਦੇ ਤੌਰ ਤੇ ਦੇਖਦੇ ਹਾਂ ਜਾਂ ਇਹਨੂੰ ਸਿਆਸੀ ਤੌਰ ਤੇ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਸਿਆਸੀ ਰੰਗਤ ਦੇ ਵਿੱਚ ਰੰਗੇ ਹੋਏ ਮੁੱਦੇ ਲੱਗਦੇ ਨੇ। ਚਾਹੇ ਉਹ ਈਡੀ ਦੀਆਂ ਜਿਹੜੀਆਂ ਨੇ ਰੇਡਾਂ ਹੋਣ ਚੰਨੀ ਸਾਹਿਬ ਦੇ ਵੱਖ-ਵੱਖ ਜਿਹੜੇ ਰਿਸ਼ਤੇਦਾਰਾਂ ਦੇ ਉੱਤੇ, ਚਾਹੇ ਉਹ ਇਹ ਮਜੀਠੀਆ ਸਾਹਿਬ ਦਾ ਮਸਲਾ ਹੋਵੇ, ਇਹ ਕਿਤੇ ਨਾ ਕਿਤੇ ਤੁਹਾਨੂੰ ਸਿਆਸੀ ਜਿਹੜਾ ਹੈਗਾ ਉਹਦੇ ਵਿੱਚ ਰੰਗਿਆ ਹੋਇਆ ਤੁਹਾਨੂੰ ਨਜ਼ਰ ਆਏਗਾ। ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਜਿਹੜੇ ਮਸਲੇ ਨੇ ਇਹ, ਚਾਹੇ ਉਹ ਰੇਤ ਮਾਫੀਆ ਹੈ, ਚਾਹੇ ਉਹ ਲੀਕਰ ਮਾਫੀਆ ਹੈ, ਚਾਹੇ ਉਹ ਚਿੱਟੇ ਦਾ ਜਿਹੜਾ ਕਾਰੋਬਾਰ ਹੈ, ਔਰ ਇਹ ਸਾਰੇ ਮੁੱਦੇ ਜਿਹੜੇ ਨੇ ਪੰਜਾਬ ਦੇ ਬਹੁਤ ਹੀ ਭਖਦੇ ਮਸਲੇ ਕਹਿ ਸਕਦੇ ਹਾਂ ਔਰ ਉਹਨਾਂ ਦਾ ਹੱਲ ਸੀਰੀਅਸਲੀ ਹੋਣਾ ਚਾਹੀਦਾ ਹੈ। ਔਰ ਉਹ ਸੀਰੀਅਸਨੈਸ ਜਿਹੜੀ ਹੈਗੀ ਆਪਾਂ ਨੂੰ ਪੌਣੇ 5 ਸਾਲ ਉਹ ਕਿਤੇ ਦਿਖਾਈ ਨਹੀਂ ਦਿੱਤੀ, ਚਾਹੇ ਉਹ ਕਾਂਗਰਸੀ ਸਰਕਾਰ ਰਹੀ ਹੋਵੇ, ਚਾਹੇ ਸੈਂਟਰ ਦੀ ਜਿਹੜੀ ਹੈਗੀ ਹੈ ਬੀਜੇਪੀ ਸਰਕਾਰ ਹੋਵੇ, ਕਿਤੇ ਨਾ ਕਿਤੇ ਉਹ ਜਿਹੜੀ ਨੇ ਪੌਣੇ 5 ਸਾਲ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਕਮਿਸ਼ਨ ਤੇ ਕਮਿਸ਼ਨ ਬਣਦੇ ਰਹੇ, ਕਮੇਟੀਆਂ ਤੇ ਕਮੇਟੀਆਂ ਬਣਦੀਆਂ ਰਹੀਆਂ, ਐਸਟੀਐਫ ਬਣਦੀਆਂ ਰਹੀਆਂ, ਪਰ ਨਤੀਜਾ ਕੀ ਨਿਕਲਿਆ? ਨਤੀਜਾ ਸਭ ਬੇਸਿੱਟਾ ਆਪਾਂ ਸਾਰੇ ਜਾਣਦੇ ਹਾਂ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਹੁਣ ਇਹ ਇਸ ਵੇਲੇ ਸਾਰੀਆਂ ਕਾਰਵਾਈਆਂ ਹੋ ਰਹੀਆਂ ਨੇ ਤਾਂ ਇਹ ਮਤਲਬ ਇਹਦਾ ਕਿਤੇ ਨਾ ਕਿਤੇ ਰਾਜਸੀ ਮਕਸਦ ਜਿਹੜਾ ਹੈਗਾ ਜ਼ਰੂਰ ਸਾਹਮਣੇ ਆ ਰਿਹਾ ਹੈ। ਗੁਰਪ੍ਰੀਤ ਜੀ, ਨੇ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਇਸ ਲਈ ਨੇ ਕਿਉਂਕਿ ਚੋਣਾਂ ਤੋਂ ਪਹਿਲਾਂ ਹੋ ਰਹੀਆਂ ਨੇ ਤੇ ਵਿਰੋਧੀ ਵੀ ਨੇ, ਜਿਸ ਤਰ੍ਹਾਂ ਵਿਕਰਮ ਮਜੀਠੀਆ ਵਿਰੋਧੀਆਂ ਤੇ ਦੋਸ਼ ਲਾਉਂਦੇ ਰਹੇ ਨੇ ਖਾਸ ਤੌਰ ਤੇ ਕਾਂਗਰਸ ਸਰਕਾਰ ਦੇ ਉੱਤੇ ਕਿ ਇਹ ਸਿਆਸੀ ਤੌਰ ਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਤੇ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਜੇਕਰ ਵਿਕਰਮ ਮਜੀਠੀਆ ਆਪਣੀ ਥਾਂ ਤੇ ਠੀਕ ਨੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਫੇਸ ਕਰਨਾ ਚਾਹੀਦਾ ਹੈ, ਕਾਰਵਾਈ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਜਾਂਚ 'ਚ ਸ਼ਾਮਲ ਹੋ ਕੇ ਜਿਹੜੀ ਪੂਰਾ ਸਹਿਯੋਗ ਦੇਣਾ ਚਾਹੀਦਾ। ਬਿਲਕੁਲ, ਦੇਖੋ ਜਦੋਂ ਅਸੀਂ ਆਪਾਂ ਸਾਰੇ ਇਹ ਗੱਲਾਂ ਕਰ ਰਹੇ ਹਾਂ ਕਿ ਇੱਕ ਸਿਆਸੀ ਮਸਲਾ ਜ਼ਿਆਦਾ ਦਿਖਾਈ ਦੇ ਰਿਹਾ ਹੈ ਔਰ ਕਿਉਂਕਿ ਜੇਕਰ ਇਹ ਸਿਆਸੀ ਨਾ ਹੁੰਦਾ ਤਾਂ ਇਹ ਕਾਰਵਾਈ ਜਿਹੜੀ ਅੱਜ ਹੋ ਰਹੀ ਹੈ ਇਹ ਪੌਣੇ 5 ਸਾਲ ਜਾਂ 4 ਸਾਲ ਪਹਿਲਾਂ ਹੋਣੀ ਚਾਹੀਦੀ ਸੀਗੀ। ਇਹ ਸਿੱਟਾਂ ਬਣਦੀਆਂ ਰਹੀਆਂ ਸੀ, ਉਸ ਵੇਲੇ ਵੀ ਸਾਰੇ ਨਤੀਜੇ ਲੋਕਾਂ ਦੇ ਸਾਹਮਣੇ ਆ ਚੁੱਕੇ ਸੀਗੇ, ਲੋਕਾਂ ਨੂੰ ਵੀ ਪਤਾ ਸੀਗਾ, ਇਹ ਉਸ ਵੇਲੇ ਹੋਣੀਆਂ ਚਾਹੀਦੀਆਂ ਸੀਗੀਆਂ। ਪਰ ਹੁਣ ਜਦੋਂ ਹੋ ਰਹੀਆਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਮਜੀਠੀਆ ਸਾਹਿਬ ਨੂੰ ਇਹ ਗੱਲ ਲੋਕਾਂ ਦੇ ਵਿੱਚ ਲੈ ਕੇ ਜਾਣੀ ਚਾਹੀਦੀ ਹੈ ਕਿ ਇਹ ਸਾਰਾ ਸਿਆਸੀ ਜਿਹੜੀ ਕਾਰਵਾਈ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਰੂਹ ਪੋਸ਼ ਹੋਣ ਦੀ ਬਜਾਏ ਮਜੀਠੀਆ ਸਾਹਿਬ ਨੂੰ ਲੋਕਾਂ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਸੋ ਜੇਕਰ ਉਹਨਾਂ ਦਾ ਕਿਤੇ ਨਾ ਕਿਤੇ ਇਸ ਮਸਲੇ ਦੇ ਵਿੱਚ
ਇਨਵੋਲਵਮੈਂਟ ਰਹੀ ਹੈ ਤਾਂ ਉਹ ਵੀ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਦੋਨੋਂ ਪੱਖ ਨੇ ਇਸ ਦੇ, ਜੇਕਰ ਉਹਨਾਂ ਦੀ ਇਨਵੋਲਵਮੈਂਟ ਹੈ ਤਾਂ ਉਹ ਵੀ ਲੋਕਾਂ ਨੂੰ ਦੱਸਣ, ਜੇਕਰ ਸਿਆਸੀ ਬਦਲਾਖੋਰੀ ਹੈ ਤਾਂ ਉਹ ਵੀ ਲੋਕਾਂ ਦੇ ਵਿੱਚ ਜਾ ਕੇ ਦੱਸਣੀ ਚਾਹੀਦੀ ਹੈ, ਨਾ ਕਿ ਰੂਪੋਸ਼ ਹੋ ਕੇ ਇਸ ਮਸਲੇ ਦਾ ਹੱਲ ਜਿਹੜਾ ਹੈਗਾ ਕੋਈ ਇਹਦਾ ਨਹੀਂ ਨਿਕਲਦਾ। ਸੋ ਲੋਕਾਂ 'ਚ ਆ ਕੇ ਜਿਹੜੇ ਲੀਡਰ ਹੁੰਦੇ ਨੇ ਉਹ ਲੋਕਾਂ 'ਚ ਰਹਿ ਕੇ ਹੀ ਗੱਲਾਂ ਕਰਦੇ ਨੇ। ਰੂਪੋਸ਼ ਹੋਣਾ ਜਿਹੜਾ ਹੈਗਾ ਕੋਈ ਵਧੀਆ ਕਾਰਵਾਈ ਨਹੀਂ ਹੈ। ਸਗੋਂ ਇਹੀ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਚੋਣਾਂ ਨੇ, ਜੇਕਰ ਉਹ ਦੁੱਧ ਧੋਤੇ ਹੋਣਗੇ ਤਾਂ ਉਹਨਾਂ ਨੂੰ ਫਾਇਦਾ ਮਿਲ ਸਕਦਾ ਹੈ, ਔਰ ਜੇਕਰ ਉਹਨਾਂ ਨੇ ਕੋਈ ਨਾ ਕੋਈ ਇਨਵੋਲਵਮੈਂਟ ਕੀਤੀ ਹੋਈ ਹੈ ਤਾਂ ਵੀ ਲੋਕਾਂ ਨੂੰ ਪਤਾ ਲੱਗ ਜਾਏਗਾ। ਸੋ ਕਹਿਣ ਦਾ ਮਤਲਬ ਹੈ ਕਿ ਮਜੀਠੀਆ ਸਾਹਿਬ ਨੂੰ ਰੂਪੋਸ਼ ਹੋਣ ਦੀ ਬਜਾਏ ਅਦਾਲਤੀ ਕਾਰਵਾਈ ਦਾ ਜਿਹੜਾ ਹੈਗਾ ਖੁੱਲ ਕੇ ਉਹਦਾ ਜਿਹੜਾ ਹੈਗਾ ਮੁਕਾਬਲਾ ਕਰਨਾ ਚਾਹੀਦਾ ਹੈ, ਔਰ ਖੁੱਲ ਕੇ ਆਪਣੀ ਗੱਲ ਜਿਹੜੀ ਹੈਗੀ ਲੋਕਾਂ ਸਾਹਮਣੇ, ਪ੍ਰੈਸ ਸਾਹਮਣੇ ਔਰ ਅਦਾਲਤ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਗੁਰਪ੍ਰੀਤ ਜੀ, ਬਿਲਕੁਲ ਬਿਲਕੁਲ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਬਿਕਰਮ ਮਜੀਠੀਆ ਦੀ ਕੀ ਗ੍ਰਿਫਤਾਰੀ ਹੁੰਦੀ ਹੈ ਜਾਂ ਫਿਰ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ। ਤਾਂ ਉੱਥੇ ਗੱਲ ਕਰ ਲੈਂਦੇ ਹਾਂ, ਨਾਮਜ਼ਦਗੀਆਂ ਨੇ ਜਿਹੜੀਆਂ ਉਹ ਭਰਨ ਦੀ ਪ੍ਰਕਿਰਿਆ ਅੱਜ ਤੋਂ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ, ਤਾਂ ਕੀ ਲੱਗਦਾ ਕਿ ਕਈ ਪਾਰਟੀਆਂ ਨੇ ਆਪਣੇ ਜ਼ਿਆਦਾਤਰ ਉਮੀਦਵਾਰਾਂ ਦਾ ਐਲਾਨ ਹਜੇ ਨਹੀਂ ਕੀਤਾ ਕਿ ਉਹਨਾਂ ਉਮੀਦਵਾਰਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਨੁਕਸਾਨ ਝੱਲਣਾ ਪੈ ਸਕਦਾ ਹੈ ਦੇਰੀ ਕਾਰਨ? ਜੀ ਬਿਲਕੁਲ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਸ ਵਾਰੀ ਖਾਸ ਤੌਰ ਤੇ ਕਾਂਗਰਸ ਦੀ ਜਾਂ 31 ਬੰਦਿਆਂ ਦੀ ਜਿਹੜੀ ਲਿਸਟ ਹੈ ਉਮੀਦਵਾਰਾਂ ਦੀ ਅਜੇ ਤੱਕ ਨਹੀਂ ਆਈ, ਉਹ ਅਜੇ ਵੀ ਉਹਦੀਆਂ ਕੁੰਡੀਆਂ ਫਸੀਆਂ ਹੋਈਆਂ ਨੇ। ਇਸੇ ਤਰ੍ਹਾਂ ਬੀਜੇਪੀ ਦੇ ਕਾਫੀ ਜਿਹੜੇ ਨੇ ਲੀਡਰ ਉਹ ਸੋਚ ਰਹੇ ਨੇ ਕਿ ਸਾਡੀ ਵਾਰੀ ਕਦੋਂ ਆਏਗੀ। ਸੋ ਕਈ ਆਪਾਂ ਕਹਿ ਸਕਦੇ ਹਾਂ ਕਿ ਕਈ ਪਾਰਟੀਆਂ ਨੇ ਜਿਨ੍ਹਾਂ ਦੀ ਹਜੇ ਉਮੀਦਵਾਰਾਂ ਦੀ ਸੂਚੀ ਆਉਣੀ ਬਾਕੀ ਹੈ, ਪਰ ਇਸ ਦੇ ਬਾਵਜੂਦ ਆਪਾਂ ਕਹਿ ਸਕਦੇ ਹਾਂ ਚਾਹੇ ਅਕਾਲੀ ਦਲ ਬਸਪਾ ਹੋਵੇ, ਉਹਨੇ ਵੀ ਲਗਭਗ ਆਪਣਾ ਸਾਰੇ ਸੂਚੀਆਂ ਨਿਬੇੜ ਦਿੱਤੀਆਂ ਨੇ। ਆਮ ਆਦਮੀ ਪਾਰਟੀ ਨੇ ਸਾਰੇ ਲਗਭਗ ਉਮੀਦਵਾਰ ਚੋਣਾਂ 'ਚ ਉਤਾਰ ਦਿੱਤੇ ਨੇ ਔਰ ਉਹ ਆਪਣਾ ਕੰਮ ਵੀ ਕਰ ਰਹੇ ਨੇ ਔਰ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ। ਪਰ ਜਿਨ੍ਹਾਂ ਉਮੀਦਵਾਰਾਂ ਦੀ ਹਜੇ ਕੁੰਡੀ ਫਸੀ ਹੋਈ ਹੈ ਉਹਨਾਂ ਦੇ ਉੱਤੇ ਹਜੇ ਜਿਹੜੇ ਨੇ ਕਾਫੀ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਔਰ ਛਸ਼ੋ ਪੰਜ ਦੇ ਵਿੱਚ ਨੇ ਕਿ ਸਾਨੂੰ ਟਿਕਟ ਮਿਲੇਗੀ ਜਾਂ ਨਹੀਂ ਮਿਲੇਗੀ, ਅਸੀਂ ਕੰਮ ਸ਼ੁਰੂ ਕਰੀਏ ਜਾਂ ਨਾ ਕਰੀਏ। ਇਸ ਕਰਕੇ ਕਾਫੀ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਇਹੀ ਕਾਰਨ ਹੈ ਕਿ ਜੇਕਰ ਉਹ ਪਛੜਦੇ ਨੇ, ਕਿਉਂਕਿ ਹੁਣ ਇਹ ਤਾਂ ਹੈ ਨਹੀਂ ਕਿ ਪਹਿਲਾਂ ਵਾਂਗ ਤੁਸੀਂ ਵੱਡੀਆਂ ਰੈਲੀਆਂ ਕਰਕੇ ਉਸ ਸਾਰੇ ਪਛੜੇਪਣ ਨੂੰ ਕਵਰ ਕਰ ਜਾਓਗੇ, ਪਰ ਇਸ ਵਾਰੀ ਜਿਹੜਾ ਹੈਗਾ ਤੁਹਾਨੂੰ ਡੋਰ ਟੂ ਡੋਰ ਕਰਨਾ ਪਏਗਾ, ਤੁਹਾਨੂੰ ਨੁੱਕੜ ਮੀਟਿੰਗਾਂ ਕਰਨੀਆਂ ਪੈਣਗੀਆਂ, ਉਹਦੇ ਲਈ ਤੁਹਾਨੂੰ ਸਮਾਂ ਚਾਹੀਦਾ ਹੈ। ਸੋ ਸਮਾਂ ਜੇਕਰ ਤੁਹਾਡੇ ਕੋਲ ਘੱਟ ਮਿਲਦਾ ਹੈ ਤੁਹਾਨੂੰ, ਤਾਂ ਉਹਦੇ ਨਾਲ ਪਾਰਟੀ ਨੂੰ ਜਾਂ ਉਮੀਦਵਾਰ ਨੂੰ ਨੁਕਸਾਨ ਹੋਣ ਦੀਆਂ ਕਾਫੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਗੁਰਪ੍ਰੀਤ ਜੀ, ਬਿਲਕੁਲ ਡਾਕਟਰ ਸਾਹਿਬ, ਤੇ ਜਿਸ ਤਰ੍ਹਾਂ ਜਿਹੜੀਆਂ ਕਾਫੀ ਟਿਕਟਾਂ ਨੇ ਜਿਹੜੀਆਂ ਉਹਨੂੰ ਲੈ ਕੇ ਕਿਤੇ ਨਾ ਕਿਤੇ ਪਾਰਟੀਆਂ ਦੇ ਵਿੱਚ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਉਮੀਦਵਾਰਾਂ ਦਾ, ਤਾਂ ਉਹਨਾਂ ਉਮੀਦਵਾਰਾਂ ਨੂੰ ਕਿਤੇ ਨਾ ਕਿਤੇ ਸਿਆਸੀ ਤੌਰ ਤੇ ਜਿਹੜਾ ਨੁਕਸਾਨ ਹੈ ਉਹ ਵੀ ਸੁਭਾਵਿਕ ਤੌਰ ਤੇ ਝੱਲਣਾ ਪੈ ਸਕਦਾ ਹੈ। ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਹੁਣ ਤੱਕ ਮੁੱਖ ਸਿਆਸੀ ਖਬਰਾਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ, ਕਿਸ ਤਰ੍ਹਾਂ ਸਿਆਸੀ ਪਾਰਟੀਆਂ ਦੇ ਵਿੱਚ ਚੱਲ ਰਿਹਾ ਹੈ, ਟਿਕਟਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਥਿਤੀ ਨਜ਼ਰ ਆ ਰਹੀ ਹੈ ਪਾਰਟੀਆਂ ਦੇ ਅੰਦਰ, ਤੇ ਕੀ ਸਿਆਸੀ ਮਾਹੌਲ ਹੈ ਤੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣ ਵਾਲਾ ਹੈ, तमाम विषय ਨੂੰ ਲੈ ਕੇ ਗੱਲਬਾਤ ਕੀਤੀ ਹੈ। ਤੇ ਖਬਰ ਸਵੇਰ ਪ੍ਰੋਗਰਾਮ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ। बिल्कुल सर, ज्योतिषिक विद्या एक ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 9996862004।